Hello students, in this lecture we discuss solution of population problem in India. Solution of the problem of population is based on two fundamental factors. Growth rate of population of the country should be brought down, and second is economic development of the country should be stepped up. First is decline in the growth rate of population. ਗਰੋਥ ਰੇਟ ਆਫ ਪੋਪੂਲੇਸ਼ਨ ਨੂੰ ਕੰਟਰੋਲ ਕਰਨ ਲਈ ਜਾਂ ਰਿਡਿਊਸ ਕਰਨ ਦੇ ਲਈ ਦੋ ਵੇਜ਼ ਆ। ਫਸਟ ਇਜ਼ ਇਨਕਰੀਜ਼ਿੰਗ ਡੈਥ ਰੇਟ ਐਂਡ ਸੈਕਿੰਡ ਇਜ਼ ਡਿਕਰੀਜ਼ਿੰਗ ਬਰਥ ਰੇਟ। ਇਨਕਰੀਜ਼ਿੰਗ ਇਨ ਡੈਥ ਰੇਟ ਇਜ਼ ਐਨ ਇੰਡੀਕੇਸ਼ਨ ਆਫ ਕੰਟਰੀਜ਼ ਪਾਵਰਟੀ ਐਂਡ ਬੈਕਵਰਡਨੈਸ। ਜੇ ਜਿਸ ਕੰਟਰੀ ਦੇ ਵਿੱਚ ਡੈਥ ਰੇਟ ਜ਼ਿਆਦਾ ਹੁੰਦੀ ਆ ਉਹ ਕੀ ਸ਼ੋ ਕਰਦੀ ਕਿ ਉਸ ਦੇਸ਼ ਵਿੱਚ ਪਾਵਰਟੀ ਅਤੇ ਬੈਕਵਰਡਨੈਸ ਜ਼ਿਆਦਾ ਆ। ਇਸ ਲਈ ਇਟ ਕਾਜ਼ਸ ਹਿਊਜ ਲੋਸਿਸ ਆਫ ਦੀ ਰਿਸੋਰਸਿਸ। क्वेश्चन ऑफ इंक्रीजिंग डेथ रेट देयरफॉर डज नॉट अराइज। इसलिए मतलब कि डेथ रेट्स ਨੂੰ इनक्रीज़ करना पॉसिबल नहीं हैगा, ਉਹਨਾਂ ਰਿਸੋਰਸਿਸ ਦੀ ਵੀ ਲੋਸ ਹੋਏਗਾ। ਨੈਕਸਟ ਇਜ਼ ਅਗਰ ਅਸੀਂ ਬਰਥ ਰੇਟ ਨੂੰ ਘੱਟ ਕਰਦੇ ਹਾਂ ਉਹਦੇ ਨਾਲ ਕੀ ਹੋਏਗਾ, ਗਰੋਥ ਰੇਟ ਆਫ ਪੋਪੂਲੇਸ਼ਨ ਡਿਕਲਾਈਨ ਹੋਏਗੀ। ਟੂ ਅਚੀਵ ਦ objective ਫੋਲੋਇੰਗ ਮੇਜਰਸ ਸ਼ੁੱਡ ਬੀ ਅਡੋਪਟ। ਫਸਟ ਵਨ ਇਜ਼ ਲੇਟ ਮੈਰਿਜ। ਪਹਿਲਾਂ ਪ੍ਰੀਵੀਅਸ ਟਾਈਮ ਦੇ ਵਿੱਚ ਜਦੋਂ ਲੋਕੀ ਆਪਣੇ ਚਿਲਡਰਨਸ ਦੀ ਜਿਹੜੀ ਮੈਰਿਜ ਆ ਬਹੁਤ ਅਰਲੀ ਏਜ ਵਿੱਚ ਕਰਾਉਂਦੇ ਸੀਗੇ, ਬਟ ਬਾਅਦ ਵਿੱਚ ਗਵਰਨਮੈਂਟ ਨੇ ਕੀ ਫਿਕਸ ਕਰ ਦਿੱਤਾ, ਮਿਨੀਮਮ ਏਜ ਫਿਕਸ ਕਰ ਦਿੱਤੀ ਮੈਰਿਜ ਲਈ, ਲਾਈਕ 21 ਈਅਰਸ ਫॉर ਮੇਲ ਐਂਡ 18 ਈਅਰਸ ਫॉर ਫੀਮੇਲ। ਬਟ ਗਵਰਨਮੈਂਟ ਨੂੰ ਅਗਰ ਰੇਟ ਆਫ ਪਾਪੂਲੇਸ਼ਨ ਗਰੋਥ ਨੂੰ ਡਿਕਰੀਜ਼ ਕਰਨਾ ਹੈ ਅਤੇ ਇਸ ਨੂੰ ਫਰਦਰ ਇਸ ਨੂੰ ਥੋੜ੍ਹਾ ਹੋਰ ਇਨਕਰੀਜ਼ ਕਰਨਾ ਚਾਹੀਦਾ, ਜਿਸ ਨਾਲ ਕੀ ਹੋਏਗੀ, ਬਰਥ ਰੇਟ ਵਿੱਚ ਡਿਕਰੀਜ਼ ਆਏਗਾ, ਜਿਸ ਨਾਲ ਗਰੋਥ ਆਫ ਪਾਪੂਲੇਸ਼ਨ ਵੀ ਡਿਕਲਾਈਨ ਹੋਏਗੀ। ਨੈਕਸਟ ਇਜ਼ ਸੈਲਫ ਰੈਸਟ੍ਰੇਨ। ਮਾਲਥਸਨ ਜਿਹੜੇ ਮਹਾਤਮਾ ਗਾਂਧੀ ਸੀ ਉਹ ਫੇਵਰ ਦੇ ਵਿੱਚ ਸੀ ਸੈਲਫ ਰੈਸਟ੍ਰੇਨ ਦੇ ਵਿੱਚ। ਇਹ ਮੋਰਲ ਪ੍ਰਿੰਸੀਪਲ ਦੇ ਉੱਪਰ ਬੇਸਡ ਆ। ਇਹਦੇ ਨਾਲ ਕੀ ਹੁੰਦਾ ਕਿ ਬਰਥ ਰੇਟ ਦੇ ਵਿੱਚ ਰਿਡਿਊਸਿੰਗ ਹੁੰਦੀ ਆ। ਨੈਕਸਟ ਇਜ਼ ਸਪਰੈਡ ਆਫ ਐਜੂਕੇਸ਼ਨ। ਜਿਹੜੀ ਇੰਡੀਆ ਦੀ ਲਾਰਜ ਪੋਪੂਲੇਸ਼ਨ ਆ ਉਹ ਕੀ ਆ, ਇਲੀਟਰੇਟ ਆ, ਔਰਥੋਡੋਕਸ ਆ। ਉਹ ਕੀ ਸਮਝਦੇ ਆ ਕਿ ਜਿਹੜੇ ਚਿਲਡਰਨ ਆ ਉਹ ਗਿਫਟ ਆਫ ਗੋਡ ਆ ਐਂਡ ਉਹ ਜ਼ਿਆਦਾ ਐਫਰਟਸ ਨਹੀਂ ਦਿਖਾਉਂਦੇ ਬਰਥ ਰੇਟ ਨੂੰ ਕੰਟਰੋਲ ਕਰਨ ਦੇ ਵਿੱਚ। ਇਸ ਲਈ ਜ਼ਰੂਰੀ ਆ ਕਿ ਐਜੂਕੇਸ਼ਨ ਦਾ ਸਪਰੈਡ ਕਰਨਾ ਚਾਹੀਦਾ ਜ਼ਿਆਦਾ ਤੋਂ ਜ਼ਿਆਦਾ, ਕਿ ਪੀਪਲ ਸ਼ੁੱਡ ਬੀ ਇਨਫੋਰਮਡ ਅਬਾਊਟ ਦਾ ਸਿਗਨੀਫਿਕੈਂਸ ਆਫ ਸਮੋਲ ਫੈਮਿਲੀ, ਕਿ ਲੋਕਾਂ ਨੂੰ ਸਮੋਲ ਫੈਮਿਲੀ ਦੇ ਸਿਗਨੀਫਿਕੈਂਸ ਪਤਾ ਹੋਣਾ ਚਾਹੀਦਾ। ਨੈਕਸਟ ਇਜ਼ ਅਰਬਨਾਈਜੇਸ਼ਨ। ਜਿੰਨੇ ਲੋਕ ਅਰਬਨ ਏਰੀਆ ਦੇ ਵਿੱਚ ਰਹਿੰਦੇ ਆ ਉਹਨਾਂ ਵਿੱਚ ਜਿਹੜੀ ਬਰਥ ਰੇਟ ਆ ਉਹ ਲੋ ਹੁੰਦੀ ਆ ਐਜ਼ ਕੰਪੇਅਰ ਟੂ ਪੀਪਲ ਲਿਵਿੰਗ ਇਨ ਰੂਰਲ ਏਰੀਆ। ਇਸ ਕਾਰਨ ਜਿਹੜੀ ਅਰਬਨਾਈਜੇਸ਼ਨ ਨੂੰ ਐਨਕਰੇਜ ਕਰਨਾ ਚਾਹੀਦਾ। ਨੈਕਸਟ ਇਜ਼ ਰਿਸਪੈਕਟਫੁਲ ਪੋਜੀਸ਼ਨ ਫॉर ਵੀਮਨ। ਵੀਮਨਸ ਦੀ ਸੁਸਾਇਟੀ ਦੇ ਵਿੱਚ ਜਿਹੜੀ ਪੋਜੀਸ਼ਨ ਹੋਣੀ ਚਾਹੀਦੀ ਉਹ ਰਿਸਪੈਕਟਫੁਲ ਹੋਣੀ ਚਾਹੀਦੀ ਆ। ਉਹਨਾਂ ਨੂੰ ਪ੍ਰੋਪਰ ਐਜੂਕੇਸ਼ਨ ਫੈਸਿਲਿਟੀ ਪ੍ਰੋਵਾਈਡ ਕਰਨੀ ਚਾਹੀਦੀ ਹੈ। ਉਸ ਨਾਲ ਕੀ ਹੋਏਗਾ, ਇਕਨੋਮਿਕਲੀ ਇੰਡੀਪੈਂਡੈਂਟ ਹੋਣਗੀਆਂ, ਕਿਸੇ ਉੱਪਰ ਡਿਪੈਂਡ ਨਹੀਂ ਕਰੂੰਗੀਆਂ। ਐਂਡ ਅਗਰ ਸਿਰਫ ਵੂਮਨਸ ਨੂੰ ਇੱਕ ਸਿਰਫ ਚਾਈਲਡ ਪ੍ਰੋਡਿਊਸਿੰਗ ਮਸ਼ੀਨ ਨਹੀਂ ਸਮਝਣਾ ਚਾਹੀਦਾ, ਉਹਨਾਂ ਦੀ ਪ੍ਰੋਪਰ ਐਜੂਕੇਸ਼ਨ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਨੈਕਸਟ ਇਜ਼ ਰੀਕ੍ਰੀਏਸ਼ਨਲ ਫੈਸਿਲਿਟੀਜ਼। ਅਮੰਗ ਲੋ ਇਨਕਮ strata, still sex is the main source of entertainment, which cause high birth rate. Birth rate is likely to fall if different recreational facilities like cinema, theatre, sports, dance and music etc. are available at low rates to the poor people. Next is change in social outlook. ਲੋਕਾਂ ਦੀ ਸੋਸ਼ਲ ਆਊਟਲੁੱਕ ਨੂੰ ਚੇਂਜ ਕਰਨ ਵੱਲ ਵੀ ਧਿਆਨ ਦੇਣਾ ਚਾਹੀਦਾ। ਦੈਟ ਮੀਨਸ ਕਿ the concept of one child or maximum 2 children should be promoted. ਐਂਡ ਜਿਹੜੇ ਲੋਕ ਲਾਰਜ ਫੈਮਿਲੀ ਸਿਸਟਮ ਜਾਂ ਜੁਆਇੰਟ ਫੈਮਿਲੀ ਸਿਸਟਮ ਆ ਉਹਨਾਂ ਨੂੰ ਕ੍ਰਿਟਿਸਿਜ਼ਮ ਕਰਨਾ ਚਾਹੀਦਾ। ਨੈਕਸਟ ਇਜ਼ ਸੋਸ਼ਲ ਸਿਕਿਉਰਿਟੀ। more and more people should be covered under social security schemes like opening of old age homes, giving old age pension etc. so they do not depend upon children in the event of old age sickness etc. With these facilities they will have no pressure for more children. ਲੋਕੀ ਜ਼ਿਆਦਾ ਚਿਲਡਰਨ ਇਸ ਲਈ ਵੀ ਚਾਹੁੰਦੇ ਆ ਕਿ ਉਹਨਾਂ ਨੂੰ ਹੁੰਦਾ ਕਿ ਸਾਡੀ ਓਲਡ ਏਜ ਦੇ ਵਿੱਚ ਹੋ ਗਈ ਹੈ, ਸਾਡੀ ਇੱਕ ਸਿਕਿਉਰਿਟੀ ਆ ਕਿਸਮ ਦੀ,
कि उन्होंने ओल्ड एज में ध्यान रखणगे। बट अगर कहते गवर्नमेंट प्रोवाइड करेंगी उन्होंने ओल्ड एज होम, गिविंग ओल्ड एज पेंशन एक्सैक्ट्रा, तो दैन उन्होंने डिपेंड नहीं होना पएगा अपने चिल्ड्रन के उपर। नैक्सट इज़ फर्दर डिकलाइन इन इनफेंट मोर्टैलिटी रेट। इनफेंट मोर्टैलिटी रेट ਨੂੰ घट करना चाहिए। इस नाल की होएगा, इट विल इंस्पायर पीपल टू बिगेट 2 चिल्ड्रनस ओनली। नैक्सट इज़ फैमिली प्लैनिंग। Family planning, this method implies family by choice, not by chance. पीपल्स ਨੂੰ ਪ੍ਰੀਵੈਂਟਿਵਸ ਮੇਜ਼ਰ ਨੂੰ ਅਡੋਪਟ ਕਰਨਾ ਚਾਹੀਦਾ, ਜਿਸ ਨਾਲ ਕਿ ਉਹ ਬਰਥ ਰੇਟ ਨੂੰ ਰੈਗੂਲੇਟ ਕਰ ਸਕਦੇ ਆ ਜਾਂ ਘੱਟ ਕਰ ਸਕਦੇ ਆ। ਨੈਕਸਟ ਇਜ਼ ਅਡੋਪਸ਼ਨ। ਕੁਝ ਪੇਰੈਂਟਸ ਹੁੰਦੇ ਆ ਜਿਨ੍ਹਾਂ ਦੇ ਕੋਈ ਚਾਈਲਡ ਨਹੀਂ ਹੁੰਦਾ, डिस्पाइट कॉस्टली मैडिकल ट्रीटमेंट ते करन ते भी उन्होंने कोई चाइल्ड नहीं होंदा। इट इज़ एडवाइजेबल दे शुड अडोप्ट ऑरफन चिल्ड्रन, कि उन्होंने जोड़े ऑरफन के चिल्ड्रनस आ उन्होंने अडोप्ट कर लेना चाहिए है। इट विल बी म्यूचुअली बेनीफिशियल टू ऑरफन चिल्ड्रन एज वेल एज चाइल्डलैस पेरेंट्स, मतलब कि यह दोनों बेनीफिट्स होएगा कि जोड़े ऑरफन चिल्ड्रन आ ते दूसरा कि जोड़े चाइल्डलैस पेरेंट्स are. Next is propaganda about significance of small families. गवर्नमेंट ਨੂੰ small family size ਦੇ benefits ਨੂੰ spread ਕਰਨ ਦੇ ਲਈ ਲਾਈਕ ਨਿਊਜ਼ਪੇਪਰ ਐਡਵਰਟਾਈਜ਼ ਕਰਨੀ ਚਾਹੀਦੀ ਉਸਦੀ, ਲਾਈਕ ਨਿਊਜ਼ਪੇਪਰਸ, TV, ਰੇਡੀਓ ਐਕਸੈਕਟਰਾ ਦੇ, ਜਿਸ ਨਾਲ ਕਿ ਲੋਕੀ ਇਨਕਰੇਜ ਹੁੰਦੇ ਆ ਸਮੋਲ ਫੈਮਿਲੀ ਦੇ ਪ੍ਰਤੀ। ਨੈਕਸਟ ਇਜ਼ ਪ੍ਰਮੋਟਿੰਗ ਇਕਨੋਮਿਕ ਡਿਵੈਲਪਮੈਂਟ। ਪੋਪੂਲੇਸ਼ਨ ਪ੍ਰੋਬਲਮ ਨੂੰ ਸੋਲਵ ਕਰਨ ਦੇ ਨਾਲ ਜਿਹੜੀ ਗਵਰਨਮੈਂਟ ਨੂੰ ਆ ਇਕਨੋਮਿਕ ਡਿਵੈਲਪਮੈਂਟ ਆਫ ਦਾ ਕੰਟਰੀ ਉਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ, ਉਹ ਵੀ ਬਹੁਤ ਜ਼ਰੂਰੀ ਆ। ਇਕਨੋਮਿਕ ਡਿਵੈਲਪਮੈਂਟ ਇੰਪਲਾਈਜ਼ ਫੁੱਲਰ ਐਂਡ ਪ੍ਰੋਪਰ ਯੂਟੀਲਾਈਜੇਸ਼ਨ ਆਫ ਨੈਚੁਰਲ ਰਿਸੋਰਸ, ਐਂਡ ਗਵਰਨਮੈਂਟ ਨੂੰ ਐਗਰੀਕਲਚਰ ਅਤੇ ਇੰਡਸਟਰੀਜ਼ ਦੇ ਵਿੱਚ ਨਿਊ ਮੈਥਡਸ ਆਫ ਪ੍ਰੋਡਕਸ਼ਨ ਨੂੰ ਅਡੋਪਟ ਕਰਨਾ ਚਾਹੀਦਾ ਆ। ਲੇਬਰਸ ਨੂੰ ਨਿਊ ਟੈਕਨੀਕਲਸ ਟ੍ਰੇਨਿੰਗ ਦੇਣੀ ਚਾਹੀਦੀ ਹੈ ਤਾਂ ਕਿ ਉਹਨਾਂ ਦਾ ਫਿਜ਼ੀਕਲ ਪ੍ਰੋਡਕਟੀਵਿਟੀ ਕੀ ਹੋਵੇ, ਜ਼ਿਆਦਾ ਹੋਵੇ। ਗਵਰਨਮੈਂਟ ਨੂੰ ਐਪਰੋਪਰੀਏਟ ਇਕਨੋਮਿਕ ਪੋਲਿਸੀਜ਼ ਨੂੰ ਅਡੋਪਟ ਕਰਨਾ ਚਾਹੀਦਾ ਆ। ਐਂਡ ਇਕਨੋਮਿਕ ਡਿਵੈਲਪਮੈਂਟ ਦੇ ਲਈ ਪਲੈਨਿੰਗਸ ਅਡੋਪਟ ਕਰਨੇ ਚਾਹੀਦੇ ਹਨ, ਲਾਈਕ 5 years ਪਲਾਨ ਜਿਹੜੇ ਬਣਾਏ ਗਏ ਸੀ, ਜਿਸ ਨਾਲ ਕੀ ਹੋਏਗਾ ਹੌਲੀ ਹੌਲੀ ਸਬਸਟੈਂਸ਼ੀਅਲੀ ਨੈਸ਼ਨਲ ਇਨਕਮ ਅਤੇ ਆਊਟਪੁੱਟ ਦੇ ਵਿੱਚ ਇਨਕਰੀਜ਼ ਹੋਏਗਾ। According to economists, India is passing through the first stage of population control. In the second stage, economic development will help to reduce the birth rate. That means कि India जिस economic development ਵਿੱਚੋਂ ਨਾ ਕਰੀਏ ਉਸ ਦੇ ਨਾਲ ਕੀ ਹੋਇਆ ਕਿ ਡੈਥ ਰੇਟ ਵਿੱਚ ਤਾਂ ਡਿਕਲਾਈਨ ਹੋ ਗਿਆ। ਇਸ ਸੈਕਿੰਡ ਸਟੇਜ ਵਿੱਚ ਕੀ ਹੋਏਗਾ ਕਿ ਇਕਨੋਮਿਕ ਡਿਵੈਲਪਮੈਂਟ ਜਦੋਂ ਹੋਏਗੀ ਹੋਰ ਜ਼ਿਆਦਾ, ਉਸ ਨਾਲ ਕੀ ਹੋਏਗੀ ਬਰਥ ਰੇਟ ਵਿੱਚ ਵੀ ਆਟੋਮੈਟਿਕਲੀ ਕੰਟਰੋਲ ਰਿਡਿਊਸ ਹੋਣਾ ਸਟਾਰਟ ਹੋ ਜਾਏਗੀ। ਨੈਕਸਟ ਇਜ਼ ਨੈਸ਼ਨਲ ਪੋਪੂਲੇਸ਼ਨ ਪੋਲਿਸੀ। Population policy refers to all those legal, administrative programs and other government efforts which aim at reducing birth rate and improving the quality of life. Population policy ਕੀ ਹੈ ਕਿ ਗਵਰਨਮੈਂਟ ਉਹ ਉਸ ਪੋਲਿਸੀਜ਼ ਨੂੰ ਕਿਹਾ ਜਾਂਦਾ ਹੈ ਕਿ ਜਿਹੜੀ ਗਵਰਨਮੈਂਟ ਆ ਅਡੋਪਟ ਕਰਦੀ ਹੈ ਬਰਥ ਰੇਟ ਨੂੰ ਕੰਟਰੋਲ ਕਰਨ ਦੇ ਲਈ, ਕੁਆਲਿਟੀ ਆਫ ਲਾਈਫ ਨੂੰ ਇੰਪਰੂਵ ਕਰਨ ਦੇ ਲਈ। ਕਿ ਗਵਰਨਮੈਂਟ ਆਫ ਇੰਡੀਆ ਇਸ ਲਈ ਅਡੋਪਟ ਕਰਦੀ ਇਸ ਪੋਲਿਸੀ ਨੂੰ ਤਾਂ ਕਿ ਜਿਹੜਾ ਬਰਥ ਰੇਟ ਵਿੱਚ ਬਹੁਤ ਜ਼ਿਆਦਾ ਇਨਕਰੀਜ਼ ਹੋ ਰਹੀ ਹੈ ਉਸਨੂੰ ਘੱਟ ਕੀਤਾ ਜਾ ਸਕੇ ਅਤੇ ਜਿਹੜੇ ਲੋਕਾਂ ਦੇ ਸਟੈਂਡਰਡ ਆਫ ਲਿਵਿੰਗ ਨੂੰ ਉਸਨੂੰ ਇੰਪਰੂਵ ਕੀਤਾ ਜਾ ਸਕੇ। The main population policies adopted by our government are discussed below. Population policy of 1976. The government of India declared the first comprehensive population policy on 16 April 1976. गवर्नमेंट ऑफ इंडिया ने फर्स्ट पॉपूलेशन पॉलिसी डिक्लेयर की थी 16 अप्रैल 1976 ਦੇ ਵਿੱਚ। ਇਸ ਪੋਲਿਸੀ ਦਾ ਮੇਨ ਆਬਜੈਕਟ ਕੀ ਸੀਗਾ ਕਿ ਬਰਥ ਰੇਟ ਨੂੰ ਘੱਟ ਕਰਨਾ ਸੀ 35 ਪਰ 1000 ਟੂ 25 ਪਰ 1000। ਇਸ ਪੋਲਿਸੀ ਦੇ ਥਰੂ ਗਵਰਨਮੈਂਟ ਕੀ ਕਰਨਾ ਚਾਹੁੰਦੀ ਸੀ, ਨਾਲੇ ਅਵੇਅਰ ਕਰਨਾ ਚਾਹੁੰਦੀ ਸੀ ਲੋਕਾਂ ਨੂੰ ਸਮੋਲ ਫੈਮਿਲੀ ਨੋਰਮਸ ਦੇ ਪ੍ਰਤੀ। ਨੈਕਸਟ ਇਜ਼ ਰਿਵਾਈਜ਼ਡ ਪੋਪੂਲੇਸ਼ਨ ਪੋਲਿਸੀ ਆਫ 1977। In 1977, government revised the earlier policy of year 1976. ਜਿਹੜੀ 1976 ਪੋਲਿਸੀ ਬਣਾਈ ਗਈ ਸੀ ਗਵਰਨਮੈਂਟ ਨੇ ਉਸਨੂੰ ਦੁਬਾਰਾ ਰਿਵਾਈਜ਼ ਕੀਤਾ 1977 ਦੇ ਵਿੱਚ।
इस पॉलिसी विच गवर्नमेंट ने चेंज की किया, द नेम ऑफ फैमिली प्लैनिंग पॉलिसी नूं चेंज करके रख दिता फैमिली वैलफेयर पॉलिसी। इस पॉलिसी दे विच ये डिकलेयर किया गया कि जिहड़ा फैमिली प्लैनिंग प्रोग्राम नूं आ जिहड़ा प्रोग्राम आ उसनूं इंप्लीमेंट तो करना बट वॉलंटरी बेसिस ते, मतलब कि फोर्सफुली इंप्लीमेंट नहीं करना। इस पॉलिसी के मेन फीचर्स की सी कि जिहड़ा पब्लिक नूं मोटिवेट करना है, इंड्यूस करना है कि वो बर्थ कंट्रोल मेजर्स नूं अडॉप्ट करे। नैक्सट इज़ मिनीमम एज फिक्स की गई मैरिज के लिए 18 ईयर्स फॉर फीमेल एंड 21 ईयर्स फॉर मेल। रजिस्ट्रेशन कंपलसरी कर दी गई कि मैरिज अगर कोई करवा रहा है तो उसलिए रजिस्ट्रेशन करवाना कंपलसरी आ। मीडिया नूं यूज़ किया गया फॉर स्प्रैड द मैसेज ऑफ फैमिली प्लैनिंग अमंग द रूरल एरियाज़। ਜਿਹੜੇ ਪਰਸਨ ਸੀ ਜਿਹੜੇ ਪਰਮਾਨੈਂਟ ਮੈਜ਼ਰਸ ਆਫ ਬਰਥ ਕੰਟਰੋਲ, ਜਿਹੜੇ ਪਰਮਾਨੈਂਟ ਮੈਜ਼ਰਸ ਅਡੋਪਟ ਕਰਦੇ ਸੀ ਬਰਥ ਕੰਟਰੋਲ ਲਈ, ਸੱਚ ਐਜ਼ ਸਟਰੀਲੇਸ਼ਨਸ, ਉਹਨਾਂ ਦੇ ਲਈ ਮੋਨੇਟਰੀ ਕੰਪਨਸੇਸ਼ਨ ਪ੍ਰੋਵੀਜ਼ਨ ਸੀ ਉਹਨਾਂ ਦੇ ਲਈ ਕਿ ਉਹਨਾਂ ਨੂੰ ਮੋਨੇਟਰੀ ਕੰਪਨਸੇਸ਼ਨ ਦਿੱਤਾ ਜਾਂਦਾ ਸੀ। ਨੈਕਸਟ ਇਜ਼ ਨਿਊ ਨੈਸ਼ਨਲ ਪੋਪੂਲੇਸ਼ਨ ਪੋਲਿਸੀ ਆਫ 2000 ਐਂਡ ਔਨਵਰਡਸ। ਨਿਊ ਪੋਪੂਲੇਸ਼ਨ ਪੋਲਿਸੀ ਆਫ 2000 ਐਂਡ ਔਨਵਰਡਸ ਗਵਰਨਮੈਂਟ ਨੇ ਇੱਕ ਨਵੀਂ पॉलिसी अनाउंस की सी पॉपूलेशन के रिगार्डिंग ऑन फैबररी 15 फैबररी 2000 के। इस पॉलिसी से कुछ टारगेट से कि टू अचीव जीरो ग्रोथ रेट ऑफ पॉपूलेशन बाय 2045 और 2045 तक ग्रोथ रेट कितनी अचीव करनी सी, जीरो। टू रिड्यूस इन्फेंट मोर्टैलिटी रेट टू बिलो 30 पर 1000 लाइव बर्थ 2010 तक एंड 2012 तक की अचीव करना सी 28 पर 1000 लाइव बर्थ बिलो 28 तो घट। नैक्सट इज़ रिड्यूस मैटरनल मोर्टैलिटी रेट टू बिलो 1 पर 1000 बाय 2010। बर्थ रेट नूं रिड्यूस करना सी रिप्लेसमेंट लैवल एट 21 पर 1000 बाय 2010। रिड्यूस टोटल फर्टिलिटी रेट नूं घट करना सीगा टू रिप्लेसमेंट लैवल एट 2.1 by 2010. It is estimated that population of India will be कि estimate सी कि इंडिया की जी पॉपूलेशन आ वो कितनी होएगी 2016 तक 126.4 करोड़ एंड टू रेज द परसेंटेज ऑफ इंस्टीट्यूशनल डिलीवरीज टू 80% by 2010। दैट मीनस कि इंस्टीट्यूशनल सी इनक्रीज़ करना उन्होंने परसेंटेज में। नैक्सट इज़ मेन फीचर्स ऑफ न्यू पॉपूलेशन पॉलिसी। वॉलंटरी पॉलिसी जी गवर्नमेंट ने ये पॉपूलेशन पॉलिसी अडॉप्ट की सी, इसका एक वॉलंटरी पॉलिसी सी। इसका एम सीगा कि पॉपूलेशन की ग्रोथ रेट नूं कंट्रोल करना बट विद द कोऑपरेशन ऑफ द पीपल। इस पॉलिसी का मतलब एम सी कि लोगों को एजुकेट करना है कि स्मॉल फैमिली के की बेनीफिट्स आ तो उन्होंने एनकरेज करना टू रिड्यूस दी बर्थ रेट। नैक्सट इज़ वाइडर स्कोप। द स्कोप ऑफ द पॉपूलेशन पॉलिसी इज़ क्वाइट वाइड। मतलब कि इस पॉलिसी के विच सिर्फ पॉपूलेशन कंट्रोल दे वाली ते लई नहीं ध्यान दिता जाता सी, उस तो इलावा बहुत सारे एरिया कवर किए जाते सी इहदे लाइक हैल्थ ऑफ द फैमिली, वैलफेयर ऑफ द मदर्स, हैल्थ ऑफ द चिल्ड्रन एक्सैक्ट्रा। इन फैक्ट इट बिकम्स ए प्रोग्राम ऑफ फैमिली वैलफेयर इंस्टैड ऑफ फैमिली प्लैनिंग। दैट मीनस कि इस दे विच जिहड़ी सिर्फ फैमिली प्लैनिंग नूं ही नहीं दिता जाता, ध्यान नहीं दिता जाता सी, इनफैक्ट फैमिली वैलफेयर नूं भी इनकलूड किया जाता सी इस पॉलिसी दे विच। नैक्सट इज़ रिडक्शन इन बर्थ रेट। रिडक्शन इन बर्थ रेट जिहड़ी इंडिया दे विच डैथ रेट सीगी वो इकनॉमिक डेवलपमेंट दे नाल हौली हौली बहुत घट हो गई सी, इसलिए हुण एक ओनली वे सी कि पॉपूलेशन कंट्रोल करन दा कि बर्थ रेट नूं घट करना। इसलिए गवर्नमेंट ने बहुत सारे डायरैक्ट ते इनडायरैक्ट मैजर्स नूं अडॉप्ट किया टू अचीव दीज ऑब्जैक्टिव्स। इनडायरैक्ट मैजर्स हो गए लाइक पावर्टी कंट्रोल करना, ठीक है, पावर्टी रिडक्शन प्रोग्राम हो गए। इनक्रीज स्प्रैड ऑफ एजुकेशन का स्प्रैड किया गया अमंग वीमेंस दे विच, ठीक है। इनक्रीज इन द परसेंटेज ऑफ लिटरेट पॉपूलेशन। मिनीमम एज फॉर मैरिज हैज़ आल्सो बीन इनक्रीज। इन्हां सारे इनडायरैक्ट मैजर्स नूं अडॉप्ट करके गवर्नमेंट ने अडॉप्ट किया ताजो कि बर्थ रेट में रिडक्शन किया जा सके। नैक्सट इज़ डिफरेंट मैथड्स।
ਇਸ ਤੋਂ ਇਲਾਵਾ ਬਹੁਤ ਸਾਰੇ ਡਿਫਰੈਂਟ ਮੈਥਡਸ ਨੂੰ ਅਡੋਪਟ ਕੀਤਾ ਗਿਆ ਤੋਂ ਬਰਥ ਰੇਟ ਨੂੰ ਕੰਟਰੋਲ ਕਰਨ ਦੇ ਲਈ, ਲਾਈਕ ਬਰਥ ਕੰਟਰੋਲ ਪਿਲਸ ਐਕਸੈਕਟਰਾ, ਜਿਸ ਦੇ ਨਾਲ ਕਿ ਬਰਥ ਰੇਟ ਵਿੱਚ ਡਿਕਲਾਈਨ ਕੀਤਾ ਜਾ ਸਕੇ। ਨੈਕਸਟ ਇਜ਼ ਪ੍ਰੋਪੇਗਾਂਡਾ। ਗਵਰਨਮੈਂਟ ਨੇ ਜਿਹੜੇ ਫੈਮਿਲੀ ਪਲੈਨਿੰਗ ਪ੍ਰੋਗਰਾਮਸ ਹੋਏ ਸੀਗੇ ਉਹਨਾਂ ਨੂੰ ਬਹੁਤ ਹੀ ਲਾਰਜ ਸਕੇਲ ਦੇ ਉੱਪਰ ਪਬਲਿਸ਼ਡ ਕੀਤਾ। ਫੈਮਿਲੀ ਪਲੈਨਿੰਗ ਦੇ ਜਿਹੜੇ ਪ੍ਰੋਗਰਾਮਸ ਨੂੰ ਉਹਨਾਂ ਨੂੰ ਐਡਵਰਟਾਈਜ਼ਮੈਂਟ ਦੇ ਥਰੂ, ਲਾਈਕ ਟੈਲੀਵਿਜ਼ਨ, ਰੇਡੀਓ, ਮੈਗਜ਼ੀਨ, ਨਿਊਜ਼ਪੇਪਰ, ਬੁੱਕਸ, ਉਹਨਾਂ ਦੇ ਦੁਆਰਾ ਲੋਕਾਂ ਨੂੰ ਬਹੁਤ ਜ਼ਿਆਦਾ ਲੋਕਾਂ ਨੂੰ ਉਸ ਦੇ ਦੁਆਰਾ ਉਹਨਾਂ ਨੂੰ ਇਸ ਨੂੰ ਪਬਲਿਸ਼ਡ ਕਰਕੇ ਲੋਕਾਂ ਨੂੰ ਇਨਕਰੇਜ ਕੀਤਾ ਫॉर ਫੈਮਿਲੀ ਪਲੈਨਿੰਗ ਦੇ ਲਈ। ਉਸ ਤੋਂ ਇਲਾਵਾ ਗਵਰਨਮੈਂਟ ਨੇ ਕੀ ਕੀਤੀ, ਜਿਹੜੇ ਕੰਟਰਾਸੈਪਟਿਕਸ ਸੀਗੀਆਂ ਉਹਨਾਂ ਨੂੰ ਡਿਸਟਰੀਬਿਊਟ ਕੀਤਾ ਪੀਪਲ ਦੇ ਵਿੱਚ ਫ੍ਰੀ ਆਫ ਕਾਸਟ ਤੇ ਐਟ ਅ ਵੈਰੀ ਲੋ ਰੇਟ, ਬਹੁਤ ਹੀ ਘੱਟ ਪ੍ਰਾਈਸ ਤੇ ਕਈ ਲੋਕਾਂ ਨੂੰ ਫ੍ਰੀ ਆਫ ਕਾਸਟ ਤੇ ਪ੍ਰੋਵਾਈਡ ਕੀਤਾ। ਨੈਕਸਟ ਇਜ਼ ਫਰੀਜ਼ਿੰਗ ਲੋਕ ਸਭਾ ਐਂਡ ਰਾਜ ਸਭਾ ਸੀਟਸ। In India, number of seats of Lok Sabha and Rajya Sabha are freezed as per population of 1971 census। ਉਸ ਤੋਂ ਬਾਅਦ ਇਸ ਨੂੰ 2001 ਤੱਕ ਫਰੀਜ਼ ਕਰ ਦਿੱਤਾ ਗਿਆ ਨਾ ਸੀਟਸ ਨੂੰ। ਐਜ਼ ਪਾਰਟ ਆਫ ਨੈਸ਼ਨਲ ਪੋਪੂਲੇਸ਼ਨ ਪੋਲਿਸੀ ਸਟ੍ਰੈਟਜੀ, ਗਵਰਨਮੈਂਟ ਐਕਸਟੈਂਡ ਦਾ ਫਰੀਜ਼ ਅਪ ਟੂ ਈਅਰ 2016। ਗਵਰਨਮੈਂਟ ਇੱਕ ਐਕਸਟੈਂਡ ਕਰ ਦਿੱਤਾ ਫਰੀਜ਼ ਨੂੰ 2026 ਤੱਕ ਐਜ਼ ਏ motivational measure to state governments to pursue the agenda of population stabilization, ਤਾਂ ਕਿ state government ਨੂੰ ਮੋਟੀਵੇਟ ਕੀਤਾ ਜਾ ਸਕੇ ਤਾਂ ਕਿ ਉਹ population stabilization ਦੇ ਜਿਹੜੇ ਏਜੰਡੇ ਨੂੰ ਅਡੋਪਟ ਕਰਨ ਵਿੱਚ ਹੈਲਪ ਕਰਨ ਗਵਰਨਮੈਂਟ ਦੀ। ਨੈਕਸਟ ਇਜ਼ ਸੈਟਿੰਗ ਅਪ ਨੈਸ਼ਨਲ ਕਮਿਸ਼ਨ ਔਨ ਪੋਪੂਲੇਸ਼ਨ। ਨੈਸ਼ਨਲ ਕਮਿਸ਼ਨ ਔਨ ਪੋਪੂਲੇਸ਼ਨ ਵਾਜ ਸੈਟ ਅਪ ਇਨ ਈਅਰ 2000 ਦੇ ਵਿੱਚ ਇੱਕ ਨੈਸ਼ਨਲ ਕਮਿਸ਼ਨ ਸੈਟਅਪ ਕੀਤਾ ਗਿਆ ਪੋਪੂਲੇਸ਼ਨ ਦੇ ਲਈ। This commission works under the chairmanship of Prime Minister, Union Minister of Health and Family Welfare, act as vice chairman of this commission। ਇਸ ਤੋਂ ਇਲਾਵਾ ਜਿਹੜੇ ਚੀਫ ਮਿਨਿਸਟਰਸ ਆਫ ਸਟੇਟਸ ਵੇਅਰ ਪੋਪੂਲੇਸ਼ਨ ਗਰੋਥ ਰੇਟ ਇਜ਼ ਹਾਈ, ਜਿੱਥੇ ਪੋਪੂਲੇਸ਼ਨ ਦੀ ਗਰੋਥ ਰੇਟ ਬਹੁਤ ਜ਼ਿਆਦਾ ਹਾਈ ਹੁੰਦੀ ਸੀ, ਉਹਨਾਂ ਦੇ ਚੀਫ ਮਿਨਿਸਟਰਸ, NGO, ਪੋਪੂਲੇਸ਼ਨ ਇਕੋਨਮਿਸਟ ਹੋ ਗਏ, ਡੈਮੋਗ੍ਰਾਫਿਕ ਐਕਸਪਰਟ ਐਂਡ ਪੋਲਿਸੀ ਮੇਕਰਸ, ਉਹ ਵੀ ਕੀ ਆ ਇਸ ਕਮਿਸ਼ਨ ਦੇ ਮੈਂਬਰਸ ਹੁੰਦੇ ਸੀ। ਇਹ ਕਮਿਸ਼ਨ ਕੀ ਕਰਦਾ ਸੀ, ਹੈਲਪ ਕਰਦਾ ਸੀ ਜਿਹੜੀ ਪੋਲਿਸੀਜ਼ ਤੇ ਹੋ ਗਈਆਂ ਜਾਂ ਮੋਨੀਟਰਸ ਹੋ ਗਏ, ਉਹਨਾਂ ਨੂੰ ਡਾਇਰੈਕਸ਼ਨ ਕਰਦਾ ਸੀ ਕਿ ਹਾਊ ਟੂ ਇੰਪਲੀਮੈਂਟ ਦਾ ਮੈਜ਼ਰਸ ਆਫ ਨੈਸ਼ਨਲ ਪੋਪੂਲੇਸ਼ਨ ਪੋਲਿਸੀ, ਕਿ ਉਹਨਾਂ ਨੂੰ ਡਾਇਰੈਕਟ ਕਰਦਾ ਸੀ ਇਹ ਕਮਿਸ਼ਨ ਕਿ ਕਿਵੇਂ ਇਫੈਕਟਿਵ ਵੇ ਦੇ ਨਾਲ ਇੰਪਲੀਮੈਂਟ ਕਰਨਾ ਨੈਸ਼ਨਲ ਪੋਪੂਲੇਸ਼ਨ ਪੋਲਿਸੀ ਨੂੰ। ਇਹ ਜਿਹੜਾ ਕਮਿਸ਼ਨ ਆ ਇਹ ਕੋਆਰਡੀਨੇਟ ਕਰਦਾ ਸੀਗਾ। This commission also worked to coordinate the efforts of central government and various state governments for effective implementation of national population policy। ਇਸ ਤੋਂ ਇਲਾਵਾ ਜਿਹੜੀਆਂ ਕੁਝ ਸਟੇਟ ਗਵਰਨਮੈਂਟ ਸੀ ਉਹਨਾਂ ਨੇ ਆਪਣੇ ਲੈਵਲ ਦੇ ਉੱਪਰ, ਦੈਟ ਮੀਨਸ ਸਟੇਟ ਲੈਵਲ ਦੇ ਉੱਪਰ ਵੀ ਬਹੁਤ ਸਾਰੇ ਕਮਿਸ਼ਨ ਸੈਟਅਪ ਕੀਤੇ ਸੀ ਪੋਪੂਲੇਸ਼ਨ ਪੋਲਿਸੀ ਦੇ ਜਿਹੜੇ ਵੀ ਮੈਥਡ ਸੀਗੇ ਟੂ ਕੰਟਰੋਲ ਪੋਪੂਲੇਸ਼ਨ ਉਹਨਾਂ ਨੂੰ ਇੰਪਲੀਮੈਂਟ ਕਰਨ ਦੇ ਲਈ। Next is improvement in healthcare infrastructure. National population policy also focus on controlling infant mortality rate, maternal mortality rate and various disease। National population policy ਦੇ ਵਿੱਚ ਸਿਰਫ ਇਹ ਨਹੀਂ ਫੋਕਸ ਕੀਤਾ ਜਾਂਦਾ ਸੀ ਕਿ ਸਿਰਫ ਬਰਥ ਰੇਟ ਨੂੰ ਕੰਟਰੋਲ ਕਰਨਾ ਜਾਂ ਪੋਪੂਲੇਸ਼ਨ ਦੀ ਗਰੋਥ ਨੂੰ ਡਿਕਲਾਈਨ ਕਰਨਾ ਆ। ਉਸ ਤੋਂ ਇਲਾਵਾ ਇਨਫੈਂਟ ਮੋਰਟੈਲਿਟੀ ਇਨਫੈਂਟ ਮੋਰਟੈਲਿਟੀ ਰੇਟ, ਮੈਟਰਨਲ ਮੋਰਟੈਲਿਟੀ ਰੇਟ ਅਤੇ ਵੇਰੀਅਸ ਡਿਜ਼ੀਜ਼ ਨੂੰ ਵੀ ਕੰਟਰੋਲ ਕਰਨਾ ਸੀ। ਜਿਹੜੀ ਮੈਟਰਨਲ ਮੋਰਟੈਲਿਟੀ ਰੇਟ ਉਹ ਜ਼ਿਆਦਾ ਇਸ ਕਰਕੇ ਸੀ ਡਿਊ ਟੂ ਲੈਕ ਆਫ ਫੈਸਿਲਿਟੀ ਆਫ ਇੰਸਟੀਟਿਊਸ਼ਨਲ ਡਿਲੀਵਰੀਜ਼, ਲਾਈਕ ਨਰਸਿੰਗ ਹੋਮਸ ਦੀ ਪਹਿਲਾਂ ਬਹੁਤ ਜ਼ਿਆਦਾ ਕਮੀ ਸੀ ਸਪੈਸ਼ਲੀ ਇਨ ਰੂਰਲ ਏਰੀਆਜ਼। ਇਸ ਲਈ ਗਵਰਨਮੈਂਟ ਨੇ ਧਿਆਨ ਦਿੱਤਾ ਨੈਸ਼ਨਲ ਪੋਪੂਲੇਸ਼ਨ ਪੋਲਿਸੀ ਦੇ ਵਿੱਚ ਹੈਲਥ ਕੇਅਰ ਇਨਫਰਾਸਟਰਕਚਰ ਨੂੰ ਐਕਸਪੈਂਡ ਕਰਨ 'ਤੇ ਤਾਂ ਕਿ ਉਸ ਦੇ ਵਿੱਚ ਇਨਵੈਸਟਮੈਂਟ ਕੀਤਾ ਜਾ ਸਕੇ। ਗਵਰਨਮੈਂਟ ਨੇ ਕੀ ਕੀਤਾ, ਬਹੁਤ ਸਾਰੇ ਪ੍ਰਾਇਮਰੀ ਹੈਲਥ ਸੈਂਟਰਸ ਹੋ ਗਿਆ, ਕਮਿਊਨਿਟੀ ਹੈਲਥ ਕੇਅਰ ਸੈਂਟਰਸ ਉਹਨਾਂ ਨੂੰ ਸੈਟਅਪ ਕੀਤਾ। ਇਸ ਤੋਂ ਇਲਾਵਾ ਗਵਰਨਮੈਂਟ ਨੇ ਬਹੁਤ ਸਾਰੀਆਂ ਹੈਲਥ ਕੇਅਰ ਸਕੀਮਸ ਹੋ ਗਈਆਂ ਲਾਈਕ ਨੈਸ਼ਨਲ ਰੂਰਲ ਹੈਲਥ ਕਮਿਸ਼ਨ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਨਨੀ ਸੁਰੱਖਿਆ ਯੋਜਨਾ ਅਤੇ ਚਾਈਲਡ ਡਿਵੈਲਪਮੈਂਟ ਸਰਵਿਸ, ਇਹਨਾਂ ਸਾਰੀਆਂ ਪੋਲਿਸੀਜ਼ ਨਾਲ ਜਾਂ ਸਕੀਮਸ ਨੂੰ ਅਡੋਪਟ ਕੀਤਾ ਫॉर ਵੀਮਨਸ ਅਤੇ ਚਿਲਡਰਨਸ ਦੇ ਡਿਵੈਲਪਮੈਂਟ ਲਈ। ਨੈਕਸਟ ਇਜ਼ ਮੋਨੇਟਰੀ ਇਨਸੈਂਟਿਵਸ ਫॉर ਪ੍ਰਮੋਟਿੰਗ ਫੈਮਿਲੀ ਪਲੈਨਿੰਗ।
ਮੋਨੀਟਰੀ ਇਨਸੈਂਟਿਵਸ ਫॉर ਪ੍ਰੋਮੋਟਿੰਗ ਫੈਮਿਲੀ ਪਲੈਨਿੰਗ, ਦੈਟ ਮੀਨਸ ਕਿ ਗਵਰਨਮੈਂਟ ਕਿ ਉਹਨਾਂ ਫੈਮਲੀਜ਼ ਨੂੰ ਜਿਹੜੇ ਕਿ ਪ੍ਰਮੋਟ ਕਰਦੇ ਸੀ, ਇਨਸੈਂਟਿਵਸ ਦਿੰਦੀ ਸੀ, ਉਹਨਾਂ ਨੂੰ ਮੋਨੀਟਰੀ ਇਨਸੈਂਟਿਵਸ ਦਿੱਤਾ ਜਾਂਦਾ ਸੀ ਫॉर ਪ੍ਰੋਮੋਟਿੰਗ ਫੈਮਿਲੀ ਪਲੈਨਿੰਗ ਅਮੰਗ ਮਾਸਸ। ਜਿਹੜੀ ਫੈਮਲੀਜ਼ ਹੋ ਗਈਆਂ ਜਿਹੜੀਆਂ ਫੈਮਿਲੀ ਪਲੈਨਿੰਗਸ ਦੇ ਮੈਥਡ ਨੂੰ ਅਡੋਪਟ ਕਰਦੀਆਂ ਸੀ, ਗਵਰਨਮੈਂਟ ਉਹਨਾਂ ਨੂੰ ਮੋਨੀਟਰੀ ਇਨਸੈਂਟਿਵਸ ਦਿੰਦੀ ਸੀ। For example, monetary incentives are given to those married couple only who adopt family norms of 2 children। ਜਿਹੜੇ ਕਿ ਫੈਮਿਲੀ ਸਮੋਲ ਫੈਮਿਲੀ ਨੋਰਮਸ ਨੂੰ ਅਡੋਪਟ ਕਰਦੇ ਸੀ, ਉਹਨਾਂ ਨੂੰ ਇਨਸੈਂਟਿਵ ਦਿੱਤਾ ਜਾਂਦਾ ਸੀ ਕੇਵਲ ਉਹਨਾਂ ਕਪਲਸ ਨੂੰ। ਲਾਈਕ ਕੋਈ ਗਰਲਸ ਹੋ ਗਈ ਜਿਹੜੀ BPL ਫੈਮਿਲੀ ਨਾਲ ਬਿਲੋਂਗ ਕਰਦੀ, ਦੈਟ ਮੀਨਸ ਬਿਲੋ ਪਾਵਰਟੀ ਲਾਈਨ। ਉਹ ਅਗਰ ਉਹ ਕੋਈ ਗਰਲਸ ਆ, ਮਿਨੀਮਮ ਏਜ ਕੀ ਆ ਮੈਰਿਜ ਲਈ 18 ਈਅਰ, ਅਗਰ ਉਸ ਤੋਂ ਬਾਅਦ ਮੈਰਿਜ ਕਰਾਉਂਦੀ ਹੈ ਤਾਂ ਉਹਨਾਂ ਨੂੰ ਵੀ ਮੋਨੀਟਰੀ ਇਨਸੈਂਟਿਵਸ ਦਿੱਤੇ ਜਾਂਦੇ ਸੀ। ਨੈਕਸਟ ਇਜ਼ ਸੈਟਿੰਗ ਅਪ ਜਨਸੰਖਿਆ ਸਥਿਰਤਾ ਕੋਸ਼। ਜਨਸੰਖਿਆ ਸਥਿਰਤਾ ਕੋਸ਼ ਦੀ ਜਿਹੜੀ ਸੈਟਅਪ ਕੀਤਾ ਸੀ ਗਵਰਨਮੈਂਟ ਨੇ 2005 ਦੇ ਵਿੱਚ ਕੀਤਾ ਸੀ। ਇਸ ਦਾ ਇਟ ਵਾਜ਼ ਸੈਟਅਪ ਟੂ ਅਚੀਵ ਪੋਪੂਲੇਸ਼ਨ ਸਟੈਬਲਾਈਜੇਸ਼ਨ 2045। ਇਸ ਦਾ ਏਮ ਕੀ ਸੀਗਾ ਕਿ 2045 ਦੇ ਤੱਕ ਜਿਹੜੀ ਪੋਪੂਲੇਸ਼ਨ ਦੀ ਸਟੈਬਲਾਈਜੇਸ਼ਨ ਨੂੰ ਅਚੀਵ ਕਰਨਾ ਸੀ। ਇਟ ਸਪੋਰਟਸ ਗਵਰਨਮੈਂਟ ਹੌਸਪੀਟਲਸ, ਪ੍ਰਾਈਵੇਟ ਹੌਸਪੀਟਲਸ, NGO ਐਕਸੈਟਰਾ ਟੂ ਅਚੀਵ ਦ ਓਬਜੈਕਟਿਵ ਆਫ ਨੈਸ਼ਨਲ ਪੋਪੂਲੇਸ਼ਨ ਪੋਲਿਸੀ। ਨੈਕਸਟ ਇਜ਼ ਇੰਪਰੂਵਿੰਗ ਕੰਟਰਾਸੈਪਟਿਕ ਸਪਲਾਈ ਮੈਨੇਜਮੈਂਟ। ਗਵਰਨਮੈਂਟ ਕੰਟਰਾਸੈਪਟਿਕਸ ਪ੍ਰੋਵਾਈਡਸ ਕਰਦੀ ਸੀ। ਗਵਰਨਮੈਂਟ ਰਨ ਹੈਲਥ ਕੇਅਰ ਸੈਂਟਰਸ ਦੇ ਥਰੂ, ਸਬਸ ਹੈਲਥ ਕੇਅਰ ਸੈਂਟਰਸ, ਡਿਸਪੈਂਸਰੀਜ਼, ਹੌਸਪੀਟਲਸ ਐਕਸੈਟਰਾਸ ਜਿਹੜੀਆਂ ਗਵਰਨਮੈਂਟਸ ਹੈਲਥ ਸੈਂਟਰ ਸੀ, ਉਹਨਾਂ ਦੇ ਥਰੂ ਗਵਰਨਮੈਂਟ ਕੰਟਰਾਸੈਪਟਿਕਸ ਜਿਹੜੀਆਂ ਪਿਲ ਸੀ ਉਹਨਾਂ ਨੂੰ ਫ੍ਰੀ ਆਫ ਕੋਸਟ 'ਤੇ ਪ੍ਰੋਵਾਈਡ ਕਰਦੀ ਸੀ ਤਾਂ ਜੋ ਸਮੋਲ ਫੈਮਿਲੀ ਸਾਈਜ਼ ਦੇ ਨੋਰਮਸ ਨੂੰ ਅਚੀਵ ਕੀਤਾ ਜਾ ਸਕੇ। ਨੈਕਸਟ ਇਜ਼ ਪ੍ਰਮੋਟਿੰਗ ਪ੍ਰਾਈਵੇਟ ਸੈਕਟਰ ਪਾਰਟੀਸਪੇਸ਼ਨ। ਪ੍ਰਮੋਟਿੰਗ ਪ੍ਰਾਈਵੇਟ ਸੈਕਟਰ ਆਫ ਪਾਰਟੀਸਪੇਸ਼ਨ। ਨੈਸ਼ਨਲ ਪੋਪੂਲੇਸ਼ਨ ਪੋਲਿਸੀ ਦੇ ਓਬਜੈਕਟਿਵਸ ਨੂੰ ਅਚੀਵ ਕਰਨ ਦੇ ਲਈ ਗਵਰਨਮੈਂਟ ਨੇ ਜਿਹੜੇ ਪ੍ਰਾਈਵੇਟ ਸੈਕਟਰ ਦੇ ਪਾਰਟੀਸਪੇਸ਼ਨ ਵੀ ਪ੍ਰਮੋਟ ਕੀਤਾ, ਉਹਨਾਂ ਦੀ ਪ੍ਰਮੋਸ਼ਨ ਕੀਤੀ। ਨੈਕਸਟ ਇਜ਼ ਗਵਰਨਮੈਂਟ ਇਜ਼ ਪ੍ਰਮੋਟਿੰਗ ਪ੍ਰਾਈਵੇਟ ਗਾਇਨਾਕੋਲੋਜਿਸਟ ਐਂਡ ਸਰਜਨ ਟੂ ਐਂਟਰ ਇਨ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਵਿਦ ਗਵਰਨਮੈਂਟ ਹੌਸਪੀਟਲਸ। ਨੈਕਸਟ ਇਜ਼ ਆਰਗੇਨਾਈਜੇਸ਼ਨ ਆਫ ਰਿਸਰਚ। ਫੈਮਿਲੀ ਪਲੈਨਿੰਗ ਪ੍ਰੋਗਰਾਮ ਦੇ ਜਿੰਨੇ ਵੀ ਐਕਸਪੈਂਸਿਸ ਸੀਗੇ ਉਹ ਸਾਰੇ ਸੈਂਟਰਲ ਗਵਰਨਮੈਂਟ ਕਰਦੀ ਸੀ, ਬਟ ਜਿਹੜਾ ਪ੍ਰੋਗਰਾਮ ਸੀ ਐਕਚੁਅਲੀ ਸਟੇਟ ਗਵਰਨਮੈਂਟ ਇੰਪਲੀਮੈਂਟ ਕਰਦੀ ਸੀਗੀ। ਦਿਸ ਪ੍ਰੋਗਰਾਮ ਇਜ਼ ਬੀਇੰਗ ਇੰਪਲੀਮੈਂਟਡ ਐਟ ਦ ਲੈਵਲ ਆਫ ਪੰਚਾਇਤ ਐਂਡ ਜ਼ਿਲ੍ਹਾ ਪਰਿਸ਼ਦ। ਮਤਲਬ ਕਿ ਇਹ ਜਿਹੜਾ ਪ੍ਰੋਗਰਾਮ ਸੀ ਐਕਚੁਅਲੀ ਇੰਪਲੀਮੈਂਟ ਕਿੱਥੋਂ ਹੋਣਾ ਚਾਹੀਦਾ, ਮਤਲਬ ਕਿ ਪੰਚਾਇਤ ਲੈਵਲ 'ਤੇ ਨਾ ਜ਼ਿਲ੍ਹਾ ਪਰਿਸ਼ਦ ਲੈਵਲ 'ਤੇ, ਸੋ ਦੈਟ ਦ ਕੋਆਪਰੇਸ਼ਨ ਆਫ ਪੀਪਲਸ representative can be gained to the program। that means ਕਿ ਲੋਕਾਂ ਦੀ ਕੋਆਪਰੇਸ਼ਨ ਦੇ ਨਾਲ ਹੀ ਫੈਮਿਲੀ ਪਲੈਨਿੰਗ ਦੇ ਜਿਹੜੇ ਮੈਥਡਸ ਨੂੰ ਆ ਜਾਂ ਨੈਸ਼ਨਲ ਪੋਪੂਲੇਸ਼ਨ ਪੋਲਿਸੀ ਦੇ ਜਿਹੜੇ ਓਬਜੈਕਟਿਵਸ ਆ ਉਹਨਾਂ ਨੂੰ ਅਚੀਵ ਕੀਤਾ ਜਾ ਸਕਦਾ ਹੈ। ਸਪੈਸ਼ਲ ਰਿਸਰਚ ਇਜ਼ ਆਲਸੋ ਬੀਇੰਗ ਅੰਡਰਟੇਕਨ ਇਨ ਆਯੁਰਵੈਦਿਕ ਐਂਡ ਹੋਮੋਪੈਥਿਕ ਮੈਡੀਸਨ ਇਜ਼ ਇਨ ਦਿਸ ਰਿਗਾਰਡ। ਕਿ ਆਯੁਰਵੈਦਿਕ ਅਤੇ ਹੋਮੋਪੈਥਿਕ ਦੇ ਵਿੱਚ ਜਿਹੜੀ ਮੈਡੀਸਨਸ ਆ ਇਸ ਤਰ੍ਹਾਂ ਦੀ ਉਹਨਾਂ 'ਤੇ ਰਿਸਰਚ ਕੀਤੀ ਉਹਨਾਂ ਦੇ ਵਿੱਚ ਵੀ ਰਿਸਰਚ ਗਵਰਨਮੈਂਟ ਐਕਸਪੈਂਸਿਸ ਆਪਣਾ ਖਰਚ ਕਰ ਰਹੀ ਆ ਕਿ ਤਾਂ ਜੋ ਜਿਹੜੀ ਬਰਥ ਰੇਟ ਦੀ ਨੂੰ ਕੰਟਰੋਲ ਕਰਨ ਦੇ ਲਈ ਮੈਥਡਸ ਨੂੰ ਨਿਊ ਰਿਸਰਚ ਕੀਤੀ ਜਾ ਸਕੇ।